ਅਸੀਂ ਆਉਣ ਵਾਲੀ ਜਨਰੇਸ਼ਨ ਲਈ ਕੁਛ ਨਾ ਕੁਛ ਕਰ ਜੀਏ, ਆਪਣੇ ਬੱਚਿਆਂ ਲਈ ਕੁਛ ਇੱਕ ਚੰਗਾ ਮਾਹੌਲ ਦੇ ਜੀਏ ਜਾਂ ਇੱਕ ਚੰਗਾ ਸ਼ਹਿਰ ਕਰ ਜੀਏ, ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਇੰਨਾ ਗੰਦਾ ਨਹੀਂ ਦਿੱਤਾ ਸੀ। ਜਿਹੜਾ ਅੱਜ ਦਾ ਸੋਸ਼ਲ ਮੀਡੀਆ ਨਾ, ਉਹਨੂੰ ਲੋਕਾਂ ਨੇ ਸਿਰਫ ਔਰ ਸਿਰਫ ਨਫ਼ਰਤ ਫੈਲਾਉਣ ਲਈ ਵਰਤਣਾ ਸ਼ੁਰੂ ਕਰਤਾ। ਮੈਂ ਹਿੰਦੂ, ਮੈਂ ਸਿੱਖ, ਮੈਂ ਮੁਸਲਮਾਨ ਕਰਨ ਦੀ ਬਜਾਏ ਜੇ ਅਸੀਂ ਆਪਦਾ ਧਾਰਮਿਕ ਗ੍ਰੰਥ ਪੜ੍ਹ ਲਈਏ ਨਾ, ਤਾਂ ਮਾਨਵਤਾ ਉਹਨਾਂ ਦੇ ਵਿੱਚ ਹੀ ਆ। ਅਸੀਂ ਉਹਨੂੰ ਪੜ੍ਹਦੇ ਨਹੀਂ, ਅਸੀਂ ਉਹਨੂੰ ਸਿਰਫ ਇੱਕ ਰੁਮਾਲਿਆਂ 'ਚ ਲਪੇਟ ਕੇ ਰੱਖਤਾ ਤੇ ਅਖੌਤੀ ਅਸੀਂ ਧਾਰਮਿਕ ਹੋ ਗਏ। ਅਸੀਂ ਸਹੀ ਧਾਰਮਿਕ ਹੋਵਾਂਗੇ ਤਾਂ ਮਾਨਵਤਾ ਸਾਡੇ 'ਚ ਅੱਜ ਵੀ ਆ। ਪੰਜਾਬ ਬੜੀ ਦੇਰ ਤੋਂ ਧਾੜਵੀਆਂ ਦਾ ਸ਼ਿਕਾਰ ਰਿਹਾ। ਸ਼ੁਰੂ ਤੋਂ ਜਦੋਂ ਵੀ ਹਮਲੇ ਹੋਏ ਆ ਪੰਜਾਬ 'ਤੇ ਹੀ ਹੋਏ ਨੇ, ਤੇ ਪੰਜਾਬੀਆਂ ਨੂੰ ਖਤਮ ਕਰਦੇ ਕਰਦੇ ਕਈ ਧਾੜਵੀ ਖਤਮ ਹੋ ਗਏ। ਪੰਜਾਬ ਨਹੀਂ ਖਤਮ ਹੋਇਆ, ਪੰਜਾਬੀਆਂ ਦਾ ਹੌਸਲਾ ਨਹੀਂ ਖਤਮ ਹੋਇਆ। ਤੇ ਗੁਰੂਆਂ ਪੀਰਾਂ ਦੀ ਧਰਤੀ ਆ, ਇਹ ਬਾਬੇ ਨਾਨਕ ਦੀ ਧਰਤੀ ਆ, ਇਹ ਗੁਰੂ ਗੋਬਿੰਦ ਸਿੰਘ ਦੀ ਧਰਤੀ ਆ, ਇਹ ਸ਼੍ਰੀ ਰਾਮ ਚੰਦਰ ਦੀ ਧਰਤੀ ਆ। ਪੰਜਾਬੀ ਖਤਮ ਨਹੀਂ ਹੋਣੇ, ਨਾ ਪੰਜਾਬੀਆਂ ਦਾ ਹੌਸਲਾ ਖਤਮ ਹੋਣਾ। ਮੁਸੀਬਤਾਂ ਆਉਣਗੀਆਂ, ਪੰਜਾਬੀ ਹਿੱਕਾਂ ਢਾਹ ਕੇ ਸਾਹਮਣਾ ਕਰਨਗੇ। ਹਰ ਸਰਵਿਸ ਦੇ 58 ਸਾਲ ਹੈ। ਜਦੋਂ ਸਿੱਖੋ ਸਾਹਿਬ ਰਿਟਾਇਰ ਹੋ ਗਏ 58 ਸਾਲ, ਸਾਡੀ ਫਿਲਮ ਲਾਈਨ 'ਚ ਰਿਟਾਇਰਮੈਂਟ ਨਹੀਂ, ਠੀਕ ਆ। ਤੁਸੀਂ ਦੇਖੋ ਹੀਰੋ ਇਹ ਹੋਣਗੇ, ਫਿਲਮ ਦਾ ਨਾਂ ਰੱਖਾਂਗੇ ਦਸਵੰਧ। ਟਰੂ ਸਟੋਰੀ ਆ, ਕੋਈ ਸਟੋਰੀ ਲਿਖਣੀ ਨਹੀਂ ਜਾਣੀ ਵੀ ਇੱਕ ਸੀ ਸੇਖੋਂ ਸਾਹਿਬ ਕਮਿਸ਼ਨਰ ਹੁੰਦੇ ਸੀ, ਉਹ ਐਂ ਸੀ ਜੀ, ਇਹ ਨਹੀਂ ਦਿਖਾਈ ਜਾਏਗੀ। ਇਹ ਹੋਇਆ ਆ ਹੋ ਹੀ ਰਿਹਾ ਨਾ। ਤਾਂ ਟਰੂ ਸਟੋਰੀ, ਹਰ ਕਹਾਣੀ ਟਰੂ ਕਿਤੇ ਨਾ ਕਿਤੇ ਸੱਚੀ ਕਹਾਣੀ ਦੇ ਆਧਾਰ 'ਤੇ ਹੁੰਦੀ ਹੈ ਨਾ। ਸੋ ਇਸ ਕਰਕੇ ਬੇਫਿਕਰ ਹੋ ਜਾਓ ਤੁਸੀਂ, ਫਿਲਮ 'ਚ ਛੇਤੀ ਆ ਰਹੇ ਨੇ ਐਜ਼ ਏ ਹੀਰੋ ਐ ਨੇ ਮੇਨ। ਤਾਂ ਮੈਂ ਬਹੁਤ ਖੁਸ਼ ਹਾਂ। ਰਿਸ਼ਤੇ ਤਾਂ ਇੱਥੇ ਤਾਰ ਹੋਏ ਪਏ ਆ। ਜਿੱਥੇ ਰਿਸ਼ਤੇ ਤਾਰ ਹੋ ਜਾਣ ਉੱਥੇ ਨਰਕ ਹੈ। ਤੇ ਕੋਈ ਦੇਵਤੇ ਵੀ ਤੁਰੇ ਫਿਰਦੇ ਨੇ, ਰਿਸ਼ਤੇ ਤਾਰ ਦੇ ਵਿੱਚ ਹੀ ਸਭ ਕੁਝ ਆ ਗਿਆ। ਉਹ ਦੇਵਤੇ ਤੁਰੇ ਫਿਰਦੇ ਨੇ ਜਿਨ੍ਹਾਂ ਦਾ ਉਹਨਾਂ ਦਾ ਉਹ ਆਪੇ ਕਰਾਉਣ ਵਾਲਾ। ਬੜੇ ਬੰਦੇ ਹੋਣਗੇ, ਨਹੀਂ ਭਾਂਡੇ ਵੇਚਾਂਗੇ, ਨਹੀਂ ਹੋਰ ਨਹੀਂ ਸਕਦਾ। ਇਹ ਜੈਕਟ ਕਿੰਨੇ ਦੀ ਲਈ ਸੀ? 1500 ਦੀ ਲਈ ਸੀ। ਇਹ ਕਰਕੇ ਆਪਦੀ ਨੌਕਰੀ, ਚੱਲ ਤੂੰ 600 ਰੁਪਏ ਦੇ ਦੀ। ਇਹ ਜੀ ਵੀ ਹੈ। ਚੱਲ ਆ ਕੱਪੜੇ ਕੋਈ ਨਹੀਂ, ਬੂਟ ਪਾ ਦੀਆਂ, ਮੇਰੇ ਮੇਚ ਨਹੀਂ ਆਏ, ਠੀਕ ਆ। ਇਹ 3000 ਦੇ ਲੈਂਦੀ ਸੀ ਅਮੀਰ, ਕੋਈ ਚੱਲ ਇਹਦਾ 500 ਲਿਖ ਲਾ, ਭਾਂਡੇ ਮਜਾ ਲਾਂਗੇ। ਇਹ ਜਿਹੀ ਉਹਦੀ ਸੋਚ ਹੈ। ਅੱਡੋ ਅੱਡੀ ਹਰ ਕੈਟਾਗਰੀ ਦਾ ਤੁਹਾਨੂੰ ਬੰਦਾ, ਕੋਈ ਉਹ ਦਾਨੀ ਮਿਲਦਾ ਕਿ ਓਕੇ ਯਾਰ ਉਹਨੇ ਦਿੱਤਾ, ਉਹ ਅੱਗੇ ਚਲਾ ਗਿਆ। ਦਵਾ ਬਦ ਦਵਾ ਕਹਿ ਲਈਏ ਤੇ ਨਜ਼ਰ ਕਹਿ ਲਈਏ, ਇਹ ਲੱਗਦੀ देख रहे सभी दर्शकों का बहुत बहुत स्वागत है। मैं हूं आपके साथ शिप्रा, एक बहुत ही प्यारी सी कवरेज लेकर आज आपके साथ जुड़ चुकी हूं। लगभग 1 महीना पहले हमने आपको रूबरू करवाया था दान उत्सव से, साथ ही साथ हमने आपको यह भी बताया था कि 1 वीक तक ये दान उत्सव चलने वाला है और आज इसकी डिस्ट्रीब्यूशन सेरेमनी चल रही है, जिसकी खूबसूरत तस्वीरों से लगातार हमने आपको रूबरू भी करवाया। और यहाँ पर आज शिरकत करने पंजाबी एंटरटेनमेंट इंडस्ट्री के बहुत सारे कलाकार भी पहुँचे, लेकिन सबसे पहले हम आपको मिलवाना चाहेंगे सिटी नीड्स के जो एग्जीक्यूटिव डायरेक्टर हैं, उनके ऑनर हैं मिस्टर मनीत दीवान जी हमारे साथ जुड़ चुके हैं। साथ ही MCL के असिस्टेंट कमिश्नर जसदेव सिंह सेखो जी जुड़ चुके हैं, जिनके खूबसूरत कदम, खूबसूरत इनिशिएटिव की वजह से आज जो लुधियाना शहर है वो बेहद खूबसूरत तस्वीरें देख रहे हैं। बहुत बड़ा एग्जाम्पल सेट हो रहा है। सर, सबसे पहले स्वागत करना चाहेंगे आपका। सर, लास्ट टाइम जब हम आपसे रूबरू हुए थे, 1 वीक तक का ये जो प्रोग्राम चला था, आज जो डिस्ट्रीब्यूशन सेरेमनी है उसकी जो तस्वीर आज हम देख रहे हैं या पूरा लुधियाना देख रहा है, वो काबिले तारीफ है। क्या इतनी उम्मीद थी कि इतना बढ़ चढ़ के पंजाबी या लुधियानवी इसमें हिस्सा लेंगे? बिल्कुल मैम, ये हमारा 4th ईयर है दान उत्सव का और हर साल चीज़ें बढ़ती जा रही हैं। और अदर इस साल तो इंटरेस्टिंग ये हुआ कि दान उत्सव शुरू होने से पहले ही हमारे पास सामान आना शुरू हो गया और ऐसा मटेरियल आया है जो कि हम यहाँ पे डिस्प्ले नहीं कर सकते। मैं आपको एग्जांपल के तौर पे बता देता हूँ। हमारे पास इस साल 40,000 ईंटें आई हैं, 1,000 सीमेंट के बैग्स आए हैं, टाइल्स आई हैं, रूफ के मटेरियल आया है, जिसके कारण हम लोग तकरीबन 30 नए घर जो डैमेज हो गए थे बेसिकली उनकी कंस्ट्रक्शन कर पाए हैं लुधियाना के गाँव में। वो मटेरियल डेफिनेटली यहाँ पर डिस्प्ले नहीं हो रहा। हज़ारों राशन की किट्स आई हैं जो कि फ्लड्स के दौरान, दवाइयाँ आई हैं जो ऑलरेडी डिस्ट्रीब्यूट हो गई हैं। ये जो सामान है वो बचा हुआ सामान है बेसिकली, जो हमने NGOs के लिए रिज़र्व किया हुआ है, क्योंकि हमारे जो पार्टनर NGOs हैं, देखिए किताबें पड़ी हुई हैं तो हमारा बुक बैंक है, वहाँ पे चली जाएंगी। कम्युनिटी किचन है, ग्रॉसरी सारी वहाँ पे चली जाएगी। कपड़े जो हैं, हमारा थ्रिफ्ट स्टोर है, वहाँ हर साल मतलब हर महीने वो कैंप लगता है। तो ये सारी चीज़ें रिस्पेक्टिव NGOs की रिक्वायरमेंट के हिसाब से उनको डिस्ट्रीब्यूट होंगी। क्वालिटी ऑफ मटेरियल बढ़ गया है आगे से, बिकॉज पहले शुरू जब हमने किया था ना तो बहुत गंदे गंदे कपड़े भी आते थे कि खोलने पे स्मेल आती थी। लेकिन अब जब लोगों ने देखा, जब वो चीज़ें कहाँ पहुँच रही हैं
वो देखने के बाद नाउ अब वो खुद ही उसको छांटी करते हैं। स्कूल के बच्चे जो देते हैं वो बड़ा पैक करके साफ़ सुथरा चीज़ें देते हैं, और ये पूरी रो अगर आप देखें तो कई मतलब क्विंटल ग्रॉसरी जो है ये तो सारी नई है, दवाइयाँ जो हैं सारी नई आई हुई हैं। सो क्वांटिटी एंड क्वालिटी हर साल बढ़ती जा रही है। सर पर्सनली अगर आपसे सवाल पूछा जाए, अगर हम अपने इंडियन घरों की बात करें तो इंडियन मेंटालिटी थोड़ी सी ऐसी रहती है कि चीज़ों को ना बल्क में खरीदना और उनको एक स्टोर रूम बना के स्टोर करते रहना, लेकिन आई थिंक अब आपके इनिशिएटिव की वजह से लोगों को समझ आ चुकी है जो हमारे अनयूज्ड आइटम्स हैं हम किसी ज़रूरतमंद लोगों को दान कर सकते हैं। तो बहुत खूबसूरत कदम, ये जो चौथा साल है इसका, आपको लग रहा है आने वाले टाइम पे पंजाब वर्ल्ड वाइड एक मिसाल कायम करेगा इसमें? देखिए अभी हम तीसरे साल से हमने बाकी शहरों में भी स्टार्ट कर दिया है, जैसे जलंधर में, अमृतसर में बहुत अच्छे स्तर पे हुआ है, होशियारपुर में लैम्ब्रेन टेक्निकल यूनिवर्सिटी है, मोहाली में क्वेस्ट इन्फोसिस ग्रुप है वो करता है, पटियाला में कॉरपोरेशन के साथ करते हैं, और जलंधर अमृतसर में डीसी ऑफिस के साथ करते हैं। तो 5-7 शहरों में तो ऑलरेडी स्टार्ट हो गया है, लेकिन हमारा फोकस यही रहता है वहाँ पे वहाँ की टीम्स कर रही हैं, क्योंकि उन्होंने देख लिया मॉडल यहाँ पे आके कि हाँ, लेकिन हर जगह पे हमारे पास मार्शल एड की टीम नहीं है, तो इसलिए जो यहाँ पे लेवल आता है वो लेवल वहाँ नहीं अचीव हो पाता। ये जो आप देख रहे हो साइज़ और ये मैग्निफिकेशन देख रहे हो, मैं फुल क्रेडिट देता हूँ मार्शल एड की टीम को इसका। अच्छा, सेखो सर के लेके क्या कहना चाहेंगे? कहते हैं ना हमारी कन्विंसिंग पावर बहुत स्ट्रांग होनी चाहिए, और सेखो सर जब सामने आके अपनी बात रखते हैं तो कहीं ना कहीं एक अथॉरिटेटिव सी आवाज़ होती है, पता लगता है कोने कोने तक सर की आवाज़ पहुँच रही है। कोई शब्द नहीं है जी इस चीज़ को एक्सप्रेस करने के लिए कि इनकी, वो कहते हैं ना कि सूरज की तारीफ में क्या मैं दिया जलाऊँ, तो वो वाली बात है। ये हमारे दोस्त भी हैं, ऑफिसर भी हैं, गुरु भी हैं, मेंटर भी हैं, और सबसे इम्पॉर्टेंट हमारे लिए फायर फाइटर भी हैं। बस हमें ये पता है जब भी कहीं कोई मुसीबत आ गई, कहीं फंस गए आगे किसी भी प्रोसेस में, हमारे पास एक ही नंबर है, और अज तक कदे पिठ लगन नहीं दी, तो उम्मीद अगे भी नहीं लगन देंगे। ये सारा ताम झाम जिहड़ा, सारी मोटिवेशन, सारी एनर्जी जिहड़ी है, ये बेसिकली इत्थों ही सानू ड्रिप डाउन कर रही है, अदरवाइज असी इन्ने जोगे नहीं सीगे जी। सर एक चीज़ और, आज यहाँ पे हम देख रहे हैं एंटरटेनमेंट इंडस्ट्री से जो कलाकार मौजूद हैं, डायरेक्टर सर हमारे साथ बैठे हैं, इतनी बेहतरीन मूवीज़ हमारी इंडस्ट्री को वो देते हैं। सर आज आपको बताना चाहेंगे शायद कि आपको नहीं पता होगा, लेकिन आप तक हम ज़रूर पहुँचाना चाहेंगे कि उनका ये कहना है कि ये जो आपकी तरफ से खूबसूरत इनिशिएटिव लिया गया है, इसके ऊपर जल्द ही पंजाबी इंडस्ट्री में एक मूवी बनाई जाएगी जिसमें रियल कैरेक्टर्स को लिया जाएगा। तो कहीं ना कहीं लग रहा है कि आपने आज कुछ अचीव कर लिया है। देखिए इससे बड़ा मान सम्मान तो नहीं कोई हो सकता, ये कभी नहीं सोचा था हमने कि यहाँ तक ये अप्रिशिएशन मिलेगी या इस तरीके की एक्नॉलेजमेंट मिलेगी। हाँ, मैं ज़रूर चाहूँगा कि अगर कोई ऐसी मूवी बनती है तो मैं खुद आने की बजाय आई वुड वांट कि जो हमारे पार्टनर एनजीओज़ हैं, जो एक छोटे बच्चे से लेके जो कि ऑर्फन किसी नाली में पड़ा हुआ है, वहाँ से वो कहानी शुरू होती है, वो डिसेबल्ड है, वो अपंग है, वो गरीब है, बीमार है, वहाँ से लेके आखिरी हमारे पास ऐसे एनजीओज़ हैं जो मरने के बाद लबारिस लाशें होती हैं उनको भी जलाने का काम करते हैं, उनको भी वो अंतिम संस्कार करते हैं। तो वो मूवी मैं चाहूँगा कि अगर इंडस्ट्री उनके ऊपर वो मूवी बनाए तो हमें ज़्यादा खुशी होगी, क्योंकि समाज जो है वो एक तरीके से अपनी दुनिया में जी रहा है, जबकि एक पैरेलल दुनिया चल रही है जिसके बारे में हमारे बच्चों को, हमारे एफ्लुएंट फैमिलीज़ के लोगों को पता ही नहीं है। तो जब अगर ऐसी मूवी सामने आती है तो समाज का असली चेहरा नज़र आएगा, और समाज के ये सब लोग कैसे उनके साथ जुड़ सकते हैं वो दुनिया को दिखेगा। तो मैं शुक्रगुजार तो हूँ कि इतना बड़ा मान सम्मान दिया इन्होंने, पर मैं ये भी गुजारिश करूँगा कि अगर आपके पास कैपेसिटी हो तो प्लीज़ इस चीज़ के ऊपर एक मूवी ज़रूर बनाएं, जिससे हम समाज के दूसरी पक्ष को पूरी एक मूवी की तरह दिखा सकें। थैंक यू सर अपना वैल्यूएबल टाइम हमें देने के लिए। चलिए अब आपको मिलवाते हैं रियल हीरो। सर हमारे साथ जुड़ चुके हैं जसदेव सेखो जी। सर हमेशा ना एक, अगर हम कमिश्नर, असिस्टेंट कमिश्नर की पोस्ट को देखें तो माइंड में आता है वो एसी वाला रूम और आराम से आप अपनी रिलैक्सिंग चेयर पे बैठे हुए हैं, लेकिन आपको हमेशा हमने ग्राउंड पे देखा है सोशल वर्क करते हुए, और आज की जो तस्वीर है वो तो कहीं ना कहीं खुद ही बयान कर रही है कि पंजाब के क्या वर्ल्ड वाइड दुनिया के हर एक शख्स तक ये तस्वीर पहुंच चुकी, कुछ ही देर में पहुंच जाएगी। सर क्या कहना चाहेंगे, कैसे लगता है कि जब आगे आके आप ज़रूरतमंद लोगों के लिए आवाज़ उठाते हैं, उनकी आवाज़ बनते हैं, उनकी हेल्प करते हैं? ਬਹੁਤ ਚੰਗਾ ਲੱਗਦਾ। ਇਹ ਪਰਮਾਤਮਾ ਦੀ ਕਿਰਪਾ ਹੁੰਦੀ ਆ, ਬੰਦਾ ਆਪ ਕੁਝ ਨਹੀਂ ਕਰਨ ਜੋਗਾ ਹੁੰਦਾ, ਉਹਦੇ ਨਾਲ ਪਰਮਾਤਮਾ ਇਹੋ ਜਿਹੇ ਸਾਥੀ ਜੋੜ ਦਿੰਦਾ, ਇਹੋ ਜਿਹੇ ਪਿਆਰੇ ਜੋੜ ਦਿੰਦਾ ਕਿ ਉਹ ਇੱਕ ਜਿਵੇਂ ਕਹਿੰਦੇ ਆ ਨਾ ਵੀ ਮੈਂ ਅਕੇਲਾ ਚਲਾ ਥਾ ਕਾਫਲਾ ਬਣਤਾ ਗਿਆ,
ਉਹ ਉੱਦਾਂ ਦੇ ਹੀ ਬੰਦੇ ਪ੍ਰਮਾਤਮਾ ਉਹਨਾਂ ਦੇ ਨਾਲ ਜੁੜੀ ਜਾਂਦਾ। ਹੁਣ ਮੈਨੂੰ 4 ਸਾਲ ਪਹਿਲਾਂ ਕੈਪਟਨ ਸਾਹਿਬ ਮਿਲੇ ਮਨੀਤ ਦੀਵਾਨ ਜੀ, ਇਹਨਾਂ ਨੇ ਆਈਡੀਆ ਸ਼ੇਅਰ ਕੀਤਾ, ਅਸੀਂ ਉਹਨੂੰ ਇੰਪਲੀਮੈਂਟ ਕੀਤਾ। ਸਾਨੂੰ 4 ਸਾਲ ਇਹ 'ਤੇ ਹੋ ਗਏ, ਲਗਾਤਾਰ 4 ਸਾਲ ਸਾਨੂੰ ਟਰੀ ATM ਚਲਾਉਂਦਿਆਂ ਨੂੰ ਹੋ ਗਏ, ਜਿਹੜੇ ਅਸੀਂ ਬਰਸਾਤਾਂ 'ਚ ਸ਼ੁਰੂ ਕਰਦੇ ਹਾਂ। ਤੇ ਉਸ ਤੋਂ ਬਾਅਦ ਮੇਰੇ ਛੋਟੇ ਵੀਰ ਗੁਰਸਾਹਿਬ ਹੋਣੀ ਨੇ, ਉਹਨਾਂ ਦੇ ਥਰੂ ਸਾਨੂੰ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ 84 ਤੋਂ ਬਾਅਦ ਬਣਾਈ, ਪਤੰਗਾ ਸਾਹਿਬ ਇਹ ਮਿਲੇ, ਗਾਦੂ ਭਾਜੀ ਮਿਲੇ। ਇੱਦਾਂ ਹੀ ਮਤਲਬ ਪ੍ਰਮਾਤਮਾ ਆਪ ਹੀ ਅੱਗੇ ਜਦੋਂ ਤੁਸੀਂ ਚੰਗੀ ਸੋਚ ਰੱਖ ਕੇ ਚੱਲਦੇ ਹੋ ਤਾਂ ਚੰਗੀ ਸੋਚ ਵਾਲੇ ਬੰਦੇ ਤੁਹਾਡੇ ਨਾਲ ਜੁੜੀ ਜਾਂਦੇ ਨੇ। ਔਰ ਮੈਂ ਧੰਨਵਾਦ ਕਰਦਾ ਤੁਹਾਡਾ ਮੀਡੀਆ ਦਾ, ਜਿਨ੍ਹਾਂ ਨੇ ਸਾਨੂੰ ਇੰਨਾ ਕਵਰ ਕਰਕੇ ਇਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਇਆ ਕਿ ਲੋਕਾਂ ਨੇ, ਲੁਧਿਆਣੇ ਦੇ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ, ਖੁੱਲ੍ਹ ਕੇ ਦਾਨ ਕੀਤਾ। ਔਰ ਇਸ ਚੀਜ਼ ਲਈ ਕੋਈ ਐਪਰੀਸ਼ੀਏਸ਼ਨ ਵਾਲੀ ਕੋਈ ਗੱਲ ਨਹੀਂ ਹੈ, ਬਟ ਇੱਕ ਚੀਜ਼ ਜਿਹੜੀ ਦਿਲ ਨੂੰ ਰਹਿੰਦੀ ਹੈ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਲਈ ਕੁਛ ਨਾ ਕੁਛ ਕਰ ਜਾਈਏ, ਆਪਣੇ ਬੱਚਿਆਂ ਲਈ ਕੁਛ ਇੱਕ ਚੰਗਾ ਮਾਹੌਲ ਦੇ ਜਾਈਏ ਜਾਂ ਇੱਕ ਚੰਗਾ ਸ਼ਹਿਰ ਕਰ ਜਾਈਏ, ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਇੰਨਾ ਗੰਦਾ ਨਹੀਂ ਦਿੱਤਾ ਸੀ। ਸਾਡੇ ਬਜ਼ੁਰਗ ਦਰਖਤਾਂ ਨੂੰ ਸਾਂਭਦੇ ਸੀ, ਕੱਟਦੇ ਨਹੀਂ ਸੀ। ਅਸੀਂ ਆਪਦੀਆਂ ਨਿੰਮਾਂ ਪਿੱਪਲ ਕੱਟ ਕੇ ਅਸੀਂ ਪਾਮ ਲਾਉਣ ਲੱਗ ਗਏ, ਖਜੂਰਾਂ ਲਾਉਣ ਲੱਗ ਗਏ, ਜਿਹੜੇ ਸਾਡੇ ਦਰਖਤ ਹੀ ਹੈ ਨਹੀਂ ਗੇ। ਸਾਡੇ ਬਜ਼ੁਰਗ ਝੋਲਾ ਲੈ ਕੇ ਘਰੋਂ ਤੁਰਦੇ ਸੀ, ਉਹ ਪਲਾਸਟਿਕ ਯੂਜ਼ ਨਹੀਂ ਕਰਦੇ ਸੀ। ਸਾਡੇ ਬਜ਼ੁਰਗ ਪਾਣੀ ਨੂੰ ਗੰਦਾ ਨਹੀਂ ਕਰਦੇ ਸੀ। ਤੇ ਅਸੀਂ ਤਾਂ ਸਾਰਾ ਕੁਝ ਆਪਦੀ ਅਗਲੀ ਜਨਰੇਸ਼ਨ ਨੂੰ ਗੰਦਾ ਕਰਕੇ ਦੇ ਕੇ ਜਾ ਰਹੇ ਹਾਂ। ਔਰ ਸਾਡੀ ਬਸ ਸੋਚ ਇਹ ਆ ਕਿ ਜਿੱਦਾਂ ਹੁਣ ਕੋਈ ਚੀਜ਼ ਦਾਨ ਕਰਦਾ, ਬੰਦਾ ਕੁਝ ਦਾਨ ਕਰਨਾ ਚਾਹੁੰਦਾ, ਉਹਨੂੰ ਪਤਾ ਨਹੀਂ ਕਿੱਥੇ ਦਾਨ ਕਰਨਾ। ਉਹ ਮਨੀਤ ਜੀ ਨੇ ਜਿੱਦਾਂ ਕਿਹਾ ਵੀ ਅਸੀਂ ਇੱਕ ਜ਼ਰੀਆ ਬਣੇ ਆ ਕਿ ਇਹਦਾ ਬੰਦੇ ਦਾ ਦਾਨ ਜਿਹੜਾ ਸਹੀ ਲੋੜਵੰਦ ਆ ਉਹਦੇ ਤੱਕ ਪਹੁੰਚ ਜਾਵੇ। ਤੇ ਜਿਹੜਾ ਸਾਡੀ ਟੈਗਲਾਈਨ ਆ ਕਿ ਕਿਸੇ ਦਾ ਕੀਤਾ, ਤੁਹਾਡਾ ਕੀਤਾ ਦਾਨ, ਕਿਸੇ ਦੀ ਚਿਹਰੇ ਦੀ ਮੁਸਕਾਨ, वो किसी के चेहरे पे मुस्कान बन के आवे तो वो परमात्मा का शुक्र है। बिल्कुल सर, आज जो हमने तस्वीर देखी, बहुत सारे स्कूल के स्टूडेंट, यूनिवर्सिटी के स्टूडेंट्स ने यहाँ पे पार्टिसिपेट किया, देखा कि किस तरीके से हमारे पंजाबियों में तो जो जज्बा है आगे आके हेल्प करने का। सर लग रहा है हमारी आने वाली जनरेशन के लिए ये बहुत ही खूबसूरत तस्वीर है, जो कहीं ना कहीं घरों में हम ज़रूर सिखाते हैं अपने बच्चों को कि ह्यूमैनिटी क्या होती है, मानवता क्या होती है, हमें क्या करना चाहिए आगे आकर, लेकिन प्रैक्टिकल उनको दिखाना बहुत ज़्यादा ज़रूरी है। ਜਿਹੜਾ ਅੱਜ ਦਾ ਸੋਸ਼ਲ ਮੀਡੀਆ ਨਾ, ਉਹਨੂੰ ਲੋਕਾਂ ਨੇ ਸਿਰਫ ਔਰ ਸਿਰਫ ਨਫ਼ਰਤ ਫੈਲਾਉਣ ਲਈ ਵਰਤਣਾ ਸ਼ੁਰੂ ਕਰਤਾ। ਮੈਂ ਹਿੰਦੂ, ਮੈਂ ਸਿੱਖ, ਮੈਂ ਮੁਸਲਮਾਨ ਕਰਨ ਦੀ ਬਜਾਏ ਜੇ ਅਸੀਂ ਆਪਦਾ ਧਾਰਮਿਕ ਗ੍ਰੰਥ ਪੜ੍ਹ ਲਈਏ ਨਾ ਤਾਂ ਮਾਨਵਤਾ ਉਹਨਾਂ ਦੇ ਵਿੱਚ ਹੀ ਹੈ। ਬਿਲਕੁਲ ਅਸੀਂ ਉਹਨੂੰ ਪੜ੍ਹਦੇ ਨਹੀਂ, ਅਸੀਂ ਉਹਨੂੰ ਸਿਰਫ ਇੱਕ ਰੁਮਾਲਿਆਂ 'ਚ ਲਪੇਟ ਕੇ ਰੱਖਤਾ ਤੇ ਅਖੌਤੀ ਅਸੀਂ ਧਾਰਮਿਕ ਹੋ ਗਏ। ਅਸੀਂ ਸਹੀ ਧਾਰਮਿਕ ਹੋਵਾਂਗੇ ਤਾਂ ਮਾਨਵਤਾ ਸਾਡੇ 'ਚ ਅੱਜ ਵੀ ਆ। ਪੰਜਾਬ ਬੜੀ ਦੇਰ ਤੋਂ ਧਾੜਵੀਆਂ ਦਾ ਸ਼ਿਕਾਰ ਰਿਹਾ। ਸ਼ੁਰੂ ਤੋਂ ਜਦੋਂ ਵੀ ਹਮਲੇ ਹੋਏ ਆ ਪੰਜਾਬ 'ਤੇ ਹੀ ਹੋਏ ਨੇ ਤੇ ਪੰਜਾਬੀਆਂ ਨੂੰ ਖਤਮ ਕਰਦੇ ਕਰਦੇ ਕਈ ਧਾੜਵੀ ਖਤਮ ਹੋ ਗਏ। ਪੰਜਾਬ ਨਹੀਂ ਖਤਮ ਹੋਇਆ, ਪੰਜਾਬੀਆਂ ਦਾ ਹੌਸਲਾ ਨਹੀਂ ਖਤਮ ਹੋਇਆ। ਤੇ ਗੁਰੂਆਂ ਪੀਰਾਂ ਦੀ ਧਰਤੀ ਆ, ਇਹ ਬਾਬੇ ਨਾਨਕ ਦੀ ਧਰਤੀ ਆ, ਇਹ ਗੁਰੂ ਗੋਬਿੰਦ ਸਿੰਘ ਦੀ ਧਰਤੀ ਆ, ਇਹ ਸ਼੍ਰੀ ਰਾਮ ਚੰਦਰ ਦੀ ਧਰਤੀ ਆ। ਪੰਜਾਬੀ ਖਤਮ ਨਹੀਂ ਹੋਣੇ, ਨਾ ਪੰਜਾਬੀਆਂ ਦਾ ਹੌਸਲਾ ਖਤਮ ਹੋਣਾ। ਮੁਸੀਬਤਾਂ ਆਉਣਗੀਆਂ, ਪੰਜਾਬੀ ਹਿੱਕਾਂ ਢਾਹ ਕੇ ਸਾਹਮਣਾ ਕਰਨਗੇ। बिल्कुल सर, आज कलाकार हमारे साथ जुड़ चुके हैं पंजाबी इंडस्ट्री के। सर कहीं ना कहीं एक अनाउंसमेंट सर की तरफ से की जा चुकी है कि एक मूवी बनाई जाएगी, इसके ऊपर बड़ा अच्छा कॉन्सेप्ट है। सर लग रहा है एज अ रियल हीरो आपको लेने के लिए तैयारी हो रही है? नहीं देखो, ਰੀਅਲ ਹੀਰੋ ਤਾਂ ਗਾਦੂ ਸਾਹਿਬ ਵਰਗੇ ਐਕਟਰ ਅਸੀਂ ਨਹੀਂ ਬਣ ਸਕਦੇ। ਰੀਅਲ ਹੀਰੋ ਤਾਂ ਇਹੀ ਨੇ। ਬਾਕੀ ਇਹ ਚੀਜ਼ਾਂ ਜੇ ਜਿੱਦਾਂ ਹੁਣ ਅਬਵ ਦੈਨ ਦਾ ਕੰਟਰੋਵਰਸੀ ਗੱਲ ਕਰੀਏ, ਪਿੱਛੇ ਜੇ ਕਾਫੀ ਦੇਰ ਪਹਿਲਾਂ ਫਿਲਮ ਆਈ ਸਾਹਿਬਜ਼ਾਦੇ जी, ਲੋਕਾਂ ਨੂੰ ਪਤਾ ਸੀ ਵੀ ਆਹ ਸ਼ਹੀਦੀ ਹੋਈ, ਇੱਦਾਂ ਹੋਇਆ, ਲੇਕਿਨ ਜਦੋਂ ਬੱਚਿਆਂ ਨੇ ਫਿਲਮ ਦੇਖੀ ਵਿਦ ਫੈਮਲੀਜ਼ ਜਾ ਕੇ ਦੇਖੀ ਤਾਂ ਲੋਕਾਂ ਨੂੰ ਬਹੁਤ ਕੁਝ ਪਤਾ ਲੱਗਿਆ। ਉਹੀ ਚੀਜ਼ ਜਿੱਦਾਂ ਦੀਵਾਨ ਸਾਹਿਬ ਨੇ ਕਿਹਾ ਕਿ ਜੇ ਇਹ ਚੀਜ਼ਾਂ ਹੈ ਬਾਹਰ ਆਉਣਗੀਆਂ ਕਿਸੇ ਤਰੀਕੇ ਵੀ ਆਉਣ, ਚਾਹੇ ਡਾਕੂਮੈਂਟਰੀ ਦੇ ਤੌਰ 'ਤੇ ਆਉਣ, ਚਾਹੇ ਫਿਲਮ ਦੇ ਤੌਰ 'ਤੇ ਆਉਣ, ਤਾਂ ਲੋਕਾਂ ਨੂੰ ਬੜਾ ਇੱਕ ਨਵੀਂ ਚੀਜ਼ ਮਿਲੂਗੀ ਦੇਖਣ ਨੂੰ ਵੀ ਇੱਦਾਂ ਵੀ ਕੀਤਾ ਜਾ ਸਕਦਾ, ਲੋਕਾਂ ਦੀ ਸੇਵਾ ਇੱਦਾਂ ਵੀ ਕੀਤੀ ਜਾ ਸਕਦੀ ਹੈ। ਰੀਅਲ ਤੁਹਾਨੂੰ ਮੈਂ ਗੱਲ ਦੱਸਾਂ ਕਿ ਗਾਦੂ ਸਾਹਿਬ ਇੱਕ ਬੜੀ ਹਾਸੇ ਵਾਲੀ ਗੱਲ ਆ। ਜੀ ਮੈਂ ਫੈਮਿਲੀ ਨਾਲ ਫਿਲਮ ਦੇਖਣ ਗਿਆ ਤੇ ਮੈਨੂੰ ਰੋਟੀ ਖਾ ਰਿਹਾ ਮੈਂ ਰਾਤ ਨੂੰ, ਤੇ ਵਾਪਸ ਮੈਨੂੰ ਮੇਰੇ ਇੰਸਪੈਕਟਰ ਦਾ ਫੋਨ ਆਉਂਦਾ, ਕਹਿੰਦਾ ਜੀ ਇੱਥੇ ਸੁਨੇਤ ਦੇ ਫਾਟਕਾਂ ਕੋਲ ਨਾ ਖੂਹ 'ਚ ਬਲਦ ਡਿੱਗ ਪਿਆ। ਅੱਛਾ, ਚਲੋ ਮੈਂ ਉੱਥੇ ਪਹੁੰਚਿਆ ਤੇ ਜਦੋਂ ਮੈਂ ਜਾ ਕੇ ਦੇਖਿਆ ਤਾਂ ਸਾਰੇ ਖੂਹ ਦੇ ਆਲੇ ਦੁਆਲੇ ਸਾਡੇ ਆਫੀਸਰਸ ਵੀ ਖੜੇ ਤੇ ਪਬਲਿਕ ਵੀ ਖੜੀ ਤੇ ਪੌੜੀ ਥੱਲੇ ਲਾਈ ਹੋਈ ਫਾਇਰ ਬ੍ਰਿਗੇਡ ਵਾਲੀ, ਉਹ ਸਾਰੇ ਖੜੇ। ਮੈਂ ਜਾ ਕੇ ਮੈਂ ਕਿਹਾ ਯਾਰ ਇਹ ਸਾਨ ਪੜ੍ਹਿਆ ਲਿਖਿਆ? ਕਹਿੰਦੇ ਕਿਉਂ? ਮੈਂ ਕਿਹਾ ਫਿਰ ਪੌੜੀ ਆਪੇ ਤਾਂ ਚੜ੍ਹ ਕੇ ਆਉਣੋ ਰਿਹਾ, ਹੁਣ ਥੱਲੇ ਉਤਰਾਂਗੇ ਤਾਂ ਲਿਆਵਾਂਗੇ। ਮਤਲਬ ਉਹੀ ਗੱਲ ਨਾ ਵੀ ਐਫਰਟ ਕਰਨਾ ਚਾਹੁੰਦੇ ਸੀ ਮਦਦ ਉਹਦੀ, ਪਰ ਕਿਹਦੀ ਹਿੰਮਤ ਨਹੀਂ ਸੀ ਵੀ ਥੱਲੇ ਜਾਵੇ। ਚਲੋ ਮੈਂ ਥੱਲੇ ਗਿਆ ਸੀ, ਉਹਨੂੰ ਬੈਲਟਾਂ ਪਾਈਆਂ, ਕੱਢ ਲਿਆਂਦਾ। ਉਹ ਚੀਜ਼ ਆ ਵੀ
ਸਾਨੂੰ ਅੱਗੇ ਹੋ ਕੇ ਕਿਤੇ ਨਾ ਕਿਤੇ ਲੀਡ ਤਾਂ करना पऊगा किसी ना किसी ਨੂੰ। बिल्कुल सर एक बार फिर आपके साथ रूबरू होना चाहेंगे। आज सर हमारे साथ जुड़ चुके हैं, मनीष सर हमारे साथ है, सेखो सर हमारे साथ है। सर आज जो तस्वीर लुधियाना शहर नहीं वर्ल्ड वाइड हर एक शख्स जो देख रहा है, कुछ लोगों तक पहुंच भी गई होगी क्योंकि सोशल मीडिया प्लेटफॉर्म एक बहुत फास्ट है, 5G आ चुका है। सर क्या कहना चाहेंगे सारे दर्शकों को? ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਮੈਂ ਅੱਜ ਆਇਆ, ਮੈਨੂੰ ਬਹੁਤ ਸਕੂਨ ਮਿਲਿਆ ਇੰਨੇ ਕੱਪੜੇ ਦੇਖ ਕੇ, ਇੰਨਾ ਸਮਾਨ ਦੇਖ ਕੇ, ਇਹਨਾਂ ਬੱਚਿਆਂ ਦਾ ਦੇਖ ਕੇ। ਤੇ ਕਮਿਸ਼ਨਰ ਸਾਹਿਬ ਆਪਣੇ ਸਿੱਖੋ ਸਾਹਿਬ ਬੈਠੇ ਨੇ, ਇਹਨਾਂ ਨੇ ਇਹ ਹਿੰਮਤ ਮਾਰੀ, ਇਹ ਬਹੁਤ ਵੱਡੀ, ਇਹ ਪ੍ਰਮਾਤਮਾ ਹੀ ਦਿੰਦਾ ਹੈ ਨਾ। ਸੋ ਇਸ ਕਰਕੇ ਸੀਟ ਤੇ ਆਰਾਮ ਨਾਲ ਬੈਠੇ ਨੇ, ਅੱਛੀ ਸੀਟ ਤੇ ਬੈਠੇ ਨੇ, ਕੀ ਲੋੜ ਹੈ। ਪਰ ਵਾਹਿਗੁਰੂ ਨੇ ਇੱਕ ਇਹ ਧੰਦੇ ਲਾਇਆ ਕਿ, ਔਰ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਇਹਨਾਂ ਨੂੰ ਸਮਾਨ ਨੂੰ ਪਹੁੰਚਾਉਣਾ। ਮੈਂ ਵੀਡੀਓ ਦੇਖ ਰਿਹਾ ਸੀ, ਛੋਟੇ ਛੋਟੇ ਬੱਚੇ ਆਪਦੇ ਕੱਪੜੇ ਪਾ ਕੇ ਕਿੰਨਾ ਸਕੂਨ ਮਹਿਸੂਸ ਕਰ ਰਹੇ ਸੀ, ਵਾਕਈ ਮੁਸਕਾਨ ਆ ਗਈ। ਤੇ ਮੇਰੀ ਦੁਆ ਸੱਚੇ ਪਾਤਸ਼ਾਹ ਜੀ ਨੇ ਐਤਕੀ 2 ਸੂਟ ਦਿੱਤੇ ਹੈ, ਉਹਨੂੰ ਉਹਦੀ ਹੋਰ ਉਹਦਾ ਬਟੂਆ ਭਰ ਤੇ ਹੋਰ ਖਰੀਦਣ, ਅਗਲੀ ਵਾਰ ਨੂੰ ਭਾਂਡੇ ਨਾ ਲੈਣ, ਉਹ ਕਹਿਣ ਵੀ ਉਹਨਾਂ ਸੇਖੋਂ ਸਾਹਿਬ ਦਾ ਜਿਹੜਾ ਮਿਸ਼ਨ ਚਲਾਇਆ ਹੋਇਆ ਉੱਥੇ ਅਸੀਂ ਪਹੁੰਚਾਈਏ। ਬਾਕੀ ਰਹੀ ਗੱਲ ਇਹ ਫਿਲਮ ਦੀ, ਤੁਸੀਂ ਗੱਲ ਕੀਤੀ ਸੀ, ਹਰ ਸਰਵਿਸ ਦੇ 58 ਸਾਲ ਹੈ। ਜਦੋਂ ਸੇਖੋਂ ਸਾਹਿਬ ਰਿਟਾਇਰ ਹੋ ਗਏ 58 ਸਾਲ, ਸਾਡੀ ਫਿਲਮ ਲਾਈਨ 'ਚ ਰਿਟਾਇਰਮੈਂਟ ਨਹੀਂ, ਠੀਕ ਆ। ਤੁਸੀਂ ਦੇਖੋ ਹੀਰੋ ਇਹ ਹੋਣਗੇ, ਫਿਲਮ ਦਾ ਨਾਂ ਰੱਖਾਂਗੇ ਦਸਵੰਧ, ਤੇ ਉਹਦੇ ਸਟਾਰ ਹੋਣਗੇ। ਮੈਂ ਤਾਂ ਕਹਿਤਾ ਕਿ ਇਹਨੂੰ ਰਿਟਾਇਰ ਹੋ ਜਾਣ ਦਿਓ, ਐਵੇਂ ਕੋਈ ਸਵਾਲ ਹੋਣਗੇ ਮੁੜ ਕੇ ਜੀ ਬਿਲਕੁਲ ਫ੍ਰੀ ਹੋ ਜਾਣਗੇ ਕਿਉਂ ਸੇਖੋਂ ਸਾਹਿਬ, ਤੇ ਮੁੜ ਕੇ ਬਸ ਇਹ ਹੀਰੋ ਹੋਣਗੇ। ਇਹ ਜ਼ਰੂਰ, ਇਹ ਇੱਕ ਬਹੁਤ ਵੱਡਾ ਇਹ ਸੁਨੇਹਾ ਪਹਿਲੀ ਗੱਲ ਤਾਂ ਤੁਸੀਂ ਪਹੁੰਚਾ ਰਹੇ ਹੋ ਫਿਲਮ ਰਾਹੀਂ ਸੁਨੇਹਾ, ਬਹੁਤ ਵੱਡੀ ਗੱਲ। ਔਰ ਸੱਚੀ ਇਹ ਟਰੂ ਸਟੋਰੀ ਆ, ਕੋਈ ਸਟੋਰੀ ਲਿਖਣੀ ਨਹੀਂ ਜਾਣੀ ਵੀ ਇੱਕ ਸੀ ਸੇਖੋਂ ਸਾਹਿਬ ਕਮਿਸ਼ਨਰ ਹੁੰਦੇ ਸੀ, ਉਹ ਐਂ ਸੀ ਜੀ, ਇਹ ਨਹੀਂ ਦਿਖਾਈ ਜਾਏਗੀ, ਇਹ ਹੋਇਆ ਆ ਹੋ ਹੀ ਰਿਹਾ ਨਾ। ਤਾਂ ਟਰੂ ਸਟੋਰੀ, ਹਰ ਕਹਾਣੀ ਟਰੂ ਕਿਤੇ ਨਾ ਕਿਤੇ ਸੱਚੀ ਕਹਾਣੀ ਦੇ ਆਧਾਰ 'ਤੇ ਹੁੰਦੀ ਹੈ ਨਾ। ਸੋ ਇਸ ਕਰਕੇ ਬੇਫਿਕਰ ਹੋ ਜਾਓ ਤੁਸੀਂ, ਫਿਲਮ 'ਚ ਛੇਤੀ ਆ ਰਹੇ ਨੇ ਐਜ਼ ਏ ਹੀਰੋ ਐਨ ਏ ਮੇਨ। ਤਾਂ ਮੈਂ ਬਹੁਤ ਖੁਸ਼ ਹਾਂ ਕਿ ਇਹ ਕੋਈ ਇਹ ਇੱਥੇ ਭਾਣਾ ਵਰਤਿਆ ਹੈ, ਆਹ ਕਦੇ ਚੀਜ਼ ਦੇਖੀ ਹੈ, ਇਹ ਉਹਦਾ ਭਾਣਾ। ਪਰ ਇਸ ਦੁਨੀਆ ਦੇ ਵਿੱਚ ਇਹੋ ਜਿਹੇ ਸ਼ਖਸ ਉਹ ਬੈਠੇ ਨੇ, ਦੇਣ ਵਾਲੇ ਉਹ ਸ਼ਖਸ ਬੈਠੇ ਨੇ ਜਿਨ੍ਹਾਂ ਦੇ ਸਿਰ 'ਤੇ ਦੁਨੀਆ ਖੜੀ ਹੈ। ਵਰਨਾ ਰਿਸ਼ਤੇ ਤਾਂ ਇੱਥੇ ਤਾਰ-ਤਾਰ ਹੋਏ ਪਏ ਆ, ਜਿੱਥੇ ਰਿਸ਼ਤੇ ਤਾਰ-ਤਾਰ ਹੋ ਜਾਣ ਉੱਥੇ ਨਰਕ ਹੈ। ਤੇ ਕੋਈ ਦੇਵਤੇ ਵੀ ਤੁਰੇ ਫਿਰਦੇ ਨੇ, ਰਿਸ਼ਤੇ ਤਾਰ-ਤਾਰ ਦੇ ਵਿੱਚ ਹੀ ਸਭ ਕੁਝ ਆ ਗਿਆ। ਉਹ ਦੇਵਤੇ ਤੁਰੇ ਫਿਰਦੇ ਨੇ ਜਿਨ੍ਹਾਂ ਦਾ ਉਹਨਾਂ ਦਾ ਉਹ ਆਪੇ ਕਰਾਉਣਾ ਵਾ। ਬੜੇ ਬੰਦੇ ਹੋਣਗੇ, ਨਹੀਂ ਭਾਂਡੇ ਵੇਚਾਂਗੇ, ਨਹੀਂ ਹੋਰ ਨਹੀਂ ਸਕਦਾ, ਇਹ ਜੈਕਟ ਕਿੰਨੇ ਦੀ ਲਈ ਸੀ, 1500 ਦੀ ਲਈ ਸੀ, ਇਹ ਕਰਕੇ ਆਪਦੀ ਨੌਕਰੀ, ਚੱਲ ਤੂੰ 600 ਰੁਪਏ ਦੇ ਦੀ, ਇਹ ਜੀ ਵੀ ਹੈ। ਚੱਲ ਆ ਕੱਪੜੇ ਕੋਈ ਨਹੀਂ, ਬੂਟ ਪਾ ਦੀਆਂ, ਮੇਰੇ ਮੇਚ ਨਹੀਂ ਆਏ, ਠੀਕ ਆ, ਇਹ 3000 ਦੇ ਲੈਂਦੀ ਸੀ ਅਮੀਰ, ਕੋਈ ਚੱਲ ਇਹਦਾ 500 ਲਿਖ ਲਾ, ਭਾਂਡੇ ਮਜਾ ਲਾਂਗੇ। ਇਹ ਜਿਹੀ ਉਹਨਾਂ ਦੀ ਸੋਚ ਹੈ, ਅੱਡੋ ਅੱਡੀ ਹਰ ਕੈਟਾਗਰੀ ਦਾ ਤੁਹਾਨੂੰ ਬੰਦਾ, ਕੋਈ ਉਹ ਦਾਨੀ ਮਿਲਦਾ ਕਿ ਓਕੇ ਯਾਰ ਉਹਨੇ ਦਿੱਤਾ, ਉਹ ਅੱਗੇ ਚਲਾ ਗਿਆ। ਖਾਣੀ ਤਾਂ ਰੋਟੀ ਹੈ ਨਾ ਜੀ। ਕਦੇ ਕਿਸੇ ਬੰਦੇ ਨੇ ਇਹ ਗੱਲ ਕਹੀ ਹੈ, ਸੇਖੋਂ ਸਾਹਿਬ ਨੇ ਇਹ ਗੱਲ ਕਹੀ ਆ ਉਹਦੀ ਵਾਈਫ ਨੂੰ ਵੀ, ਅੱਜ ਤੋਂ ਲਿਆਈ ਤੁੰਗਲ ਤੋੜ ਕੇ ਸਿਉਣੇ ਦਾ ਸਲਾਦ ਉਹ ਖਾਵਾਂਗੇ। ਬੜੇ ਵਾਰੀ ਚਟਨੀ ਨਾਲ ਖਾਧੀ ਹੋਣੀ ਇਹਨਾਂ ਨੇ, ਤੁਸੀਂ ਵੀ ਬੜੀ ਵਾਰੀ ਚਟਨੀ ਖਾਧੀ ਹੋਣੀ ਹੈ। ਖਾਣੀ ਤਾਂ ਰੋਟੀ ਹੈ ਮੈਡਮ, ਕੀ ਤਨ ਦਾ ਕਹਿਣਾ ਹੈ ਨਾ। ਆਹ ਚੀਜ਼ਾਂ ਰਹਿ ਜਾਣੀਆਂ, ਇਹ ਨਾਲ ਜਾਣੀਆਂ। ਦਵਾ ਬਦ ਦਵਾ ਕਹਿ ਲਈਏ ਤੇ ਨਜ਼ਰ ਕਹਿ ਲਈਏ, ਇਹ ਲੱਗਦੀ ਹੈ, ਯਾਦ ਰੱਖੋ। ਇਹ ਦਵਾ ਲੱਗਣੀ ਹੈ, ਇਹ ਦਵਾ ਲੱਗਣੀ। ਤੁਸੀਂ ਕਰ ਰਹੇ ਹੋ ਨਾ, ਇਹ ਦਵਾ ਇਹ ਕਰਮਾਂ ਵਾਲਿਆਂ ਦੇ ਹਿੱਸੇ ਆਉਂਦੀ ਹੈ ਦਵਾ, ਵਰਨਾ ਸੜਕਾਂ ਤੇ बहुत भीड़ है मैडम। बहुत खूबसूरत सर। सर उम्मीद करेंगे जल्द मुलाकात होगी एज अ हीरो, अब नेक्स्ट इंटरव्यू आपका होने वाला है। तो आपने देखा कि सिटी नीड्स, जी हाँ, सिटी नीड्स और MCL की कोलैबोरेशन के साथ दान उत्सव की सेरेमनी यहाँ पे सेलिब्रेट की गई। उम्मीद करेंगे कि आने वाले टाइम पे हमें पंजाबी एंटरटेनमेंट इंडस्ट्री में इस तरीके की खूबसूरत मूवी नज़र आए, जहाँ पर आने वाली जनरेशन तक ग्लोबली वर्ल्ड वाइड दूर दूर तक एक खूबसूरत सा मैसेज पहुँचेगा कि किस तरीके से हम ज़रूरतमंद लोगों की मदद कर सकते हैं। तो चलिए मिलकर आज एक ओथ लेते हैं, एक शपथ लेते हैं कि जिस तरीके से मनीष सर के एफर्ट्स, सेखो सर के एफर्ट्स और हमारे पंजाबी इंडस्ट्री के जितने भी कलाकार आज यहाँ पे मौजूद हैं, एक बहुत खूबसूरत मैसेज उन्होंने दिया है। ये 4 साल तो सेलिब्रेट कर रहे हैं, दान उत्सव में 4 साल तो हैगा। इस बारी भी असी जिन्ने भी सामान यूज आइटम हो गए, कपड़े हो गए, इलेक्ट्रॉनिक हो गए, बुक्स हो गई, मेडिसिन हो गई, ज़्यादातर इस बार फ्लड वाला भी इंक्लूड किया, जिसमें सीमेंट वगैरह हो गया, कंस्ट्रक्शन का मटीरियल हो गया, विंटर का सामान जो फ्लड एरिया से पहुँचा सकते हैं, जब बाकी लोड़वंद NGO ने दे सकते हैं। इस बार थोड़ा डिफरेंट ए सीगा। तो चलिए मिलकर आज एक ओथ लेते हैं, एक शपथ लेते हैं कि जिस तरीके से मनीष सर के एफर्ट्स, सेखो सर के एफर्ट्स और हमारे पंजाबी इंडस्ट्री के जितने भी कलाकार आज यहाँ पे मौजूद हैं, एक बहुत खूबसूरत मैसेज उन्होंने दिया है। तो चलिए मिलकर आज ओथ लेते हैं कि
आगे आइए, घरों से बाहर निकलिए, जो सामान आपके घर में पड़ा है जिन्हें आप यूज़ नहीं करते, आपने स्टॉक करके रखा हुआ है, ज़रूरतमंद लोगों तक पहुंचाइए।